ਵਾਹਿਗੁਰੂ ਵਾਹਿਗੁਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੁਖਮਨੀ, ਸੁੱਖਾਂ ਦੀ ਮਣੀ, ਮਨ ਨੂੰ ਸੁੱਖ ਦੇਣ ਵਾਲੀ ਬਾਣੀ। ਅੱਜ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ 10ਵੀਂ ਅਸ਼ਟਪਦੀ ਦੀ ਵਿਚਾਰ ਸਮਝਾਂਗੇ, ਤੁਸੀਂ ਤੇ ਮੈਂ ਸਾਰੇ ਮਿਲ ਕੇ। ਇਹ ਜੋ 10ਵੀਂ ਅਸ਼ਟਪਦੀ ਹੈ, ਇਹ ਜਪਜੀ ਸਾਹਿਬ ਦੀ ਬਾਣੀ ਜੋ ਅਸੰਖਾਂ ਦੀਆਂ 3 ਪੌੜੀਆਂ ਆਉਂਦੀਆਂ ਹਨ, ਉਸ ਦੇ ਨਾਲ ਕਾਫੀ ਰਿਲੇਟ ਕਰਦੀ ਹੈ ਔਰ ਸਾਨੂੰ ਸਮਝ ਆਉਂਦੀ ਹੈ ਕਿ ਇਸ ਸ੍ਰਿਸ਼ਟੀ ਦੇ ਅੰਦਰ ਕਰੋੜਾਂ ਲੋਕ ਕਿਸ ਤਰ੍ਹਾਂ ਪਰਮਾਤਮਾ ਦੇ ਹੁਕਮ ਦੇ ਅੰਦਰ ਕਿਸ ਤਰ੍ਹਾਂ ਉਸ ਦੀ ਆਰਾਧਨਾ ਕਰਦੇ ਹਨ, ਉਸ ਦੀ ਪੂਜਾ ਕਰਦੇ ਹਨ, ਔਰ ਕਿਤਨੇ ਕਰੋੜਾਂ ਤਰ੍ਹਾਂ ਦੇ ਜੋ ਹੈ ਜੂਨਾ ਹਨ। ਆਓ ਅਸੀਂ ਸਮਝੀਏ। ਕਹਿੰਦੇ ਹਨ, ਉਸਤਤ ਕਰੇ ਅਨੇਕ ਜਨ, ਅੰਤ ਨ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨੇਕ ਪ੍ਰਕਾਰ। ਸ਼ਲੋਕ ਦਾ ਸਬਜੈਕਟ ਹੈ, ਉਸ ਦੀ ਉਸਤਤ ਕਰਦੇ ਹਨ ਅਨੇਕਾਂ ਜਨ, ਅਣਗਿਣਤ ਲੋਕ, ਉਸ ਦਾ ਅੰਤ ਨਹੀਂ ਪਾ ਸਕਦੇ। ਉਹਦੀ ਰਚਨਾ ਐਸੀ ਰਚੀ ਹੈ, ਨਾਨਕ ਜੀ ਕਹਿੰਦੇ ਹਨ, ਬਹੁ ਵਿਧ ਅਨੇਕ ਪ੍ਰਕਾਰ। ਕਿਤਨੇ ਵਿਧੀਆਂ ਦੀ, ਅਨੇਕ ਪ੍ਰਕਾਰ ਦੀ ਉਸ ਦੀ ਰਚਨਾ ਹੈ, ਜਿਸ ਨੂੰ ਉਹ ਸਾਨੂੰ 8 ਪਦਿਆਂ ਦੇ ਅੰਦਰ ਸਾਨੂੰ ਸੋਝੀ ਦਿੰਦੇ ਹਨ। ਕਈ ਕਹਿੰਦੇ ਹਨ, ਵਾਹਿਗੁਰੂ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਨ ਭ੍ਰਮੇ ਉਦਾਸੀ। ਕੋਟ ਦਾ ਅਰਥ ਹੈ ਕਰੋੜਾਂ, ਜਿਨ੍ਹਾਂ ਦੀ ਗਿਣਤੀ ਨਹੀਂ। ਕਰੋੜਾਂ ਜੋ ਹਨ ਲੋਕ, ਉਹ ਪੁਜਾਰੀ ਹਨ, ਉਸ ਪ੍ਰਭੂ ਦੀ ਪੂਜਾ ਕਰਦੇ ਹਨ। ਕਰੋੜਾਂ ਲੋਕ ਆਚਾਰ ਤੇ ਵਿਵਹਾਰੀ ਹਨ, ਯਾਨੀ ਕਿ ਧਾਰਮਿਕ ਰੀਤਾਂ ਰਸਮਾਂ ਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਹਨ। ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ, ਆਚਾਰ ਵਿਵਹਾਰੀ। ਕਰੋੜਾਂ ਲੋਕ ਤੀਰਥ 'ਤੇ ਨਿਵਾਸ ਕਰਦੇ ਹਨ, ਤੀਰਥਾਂ 'ਤੇ ਹੀ ਰਹਿੰਦੇ ਹਨ। ਔਰ ਕਰੋੜਾਂ ਲੋਕ ਜੋ ਹਨ ਉਹ ਜੰਗਲ ਚਲੇ ਜਾਂਦੇ ਹਨ ਆਪਣਾ ਘਰ-ਬਾਰ ਛੋੜ ਕੇ, ਔਰ ਉਦਾਸੀ ਯਾਨੀ ਕਿ ਡਿਟੈਚ ਹੋ ਜਾਂਦੇ ਹਨ ਸਮਾਜ ਤੋਂ, ਪਰਿਵਾਰ ਤੋਂ। ਕਰੋੜਾਂ ਲੋਕ ਵੇਦ ਨੂੰ ਸੁਣਨ ਵਾਲੇ ਹਨ। 4 ਵੇਦ ਹਨ, 4 ਵੇਦ ਕੇ ਸਰੋਤੇ ਹਨ। ਕਰੋੜਾਂ ਲੋਕ ਤਪੀਸਰ ਹੋ ਗਏ ਹਨ, ਤਪ ਕਰਦੇ ਹਨ। ਜਿਵੇਂ ਅਸੀਂ ਜਪਜੀ ਸਾਹਿਬ ਦੇ ਅੰਦਰ ਵੀ ਅਸੰਖ ਦੀ ਪੌੜੀ ਦੇਖਦੇ ਹਾਂ, 3 ਪੌੜੀਆਂ ਹਨ, ਰਜੋਗੁਣੀ, ਤਮੋਗੁਣੀ, ਸਤੋਗੁਣੀ। ਤਿਵੇਂ ਹੀ ਅਸੀਂ ਇੱਥੇ ਵੀ ਉਹਦੇ ਨਾਲ ਰਿਲੇਟ ਕਰ ਸਕਦੇ ਹਾਂ। ਤੇ ਕਹਿੰਦੇ ਹਨ, ਕਰੋੜਾਂ ਲੋਕ ਆਤਮ ਧਿਆਨ ਧਾਰੇ, ਆਪਣੀ ਆਤਮਾ ਦੇ ਅੰਦਰ ਪਰਮਾਤਮਾ ਦਾ ਧਿਆਨ ਕਰਦੇ ਹਨ, ਗਹਿਰਾ ਧਿਆਨ ਕਰਦੇ ਹਨ। ਕਈ ਕੋੜ ਕਬ ਕਾਵਿ ਵਿਚਾਰੇ, ਔਰ ਕਰੋੜਾਂ ਲੋਕ ਜੋ ਹਨ ਉਹ ਕਵੀਆਂ ਦੀ ਕਵਿਤਾਵਾਂ ਪੜ੍ਹਦੇ ਹਨ। ਕਹਿੰਦੇ ਹਨ, ਕਈ ਕਰੋੜਾਂ ਕਵੀਆਂ ਦੀਆਂ ਬਣੀਆਂ ਹੋਈਆਂ ਰਚਨਾਵਾਂ ਪੜ੍ਹਦੇ ਹਨ ਔਰ ਉਸ ਪਰਮਾਤਮਾ ਦਾ ਵਿਚਾਰ ਕਰਦੇ ਹਨ। ਔਰ ਕਰੋੜਾਂ ਲੋਕ ਕਹਿੰਦੇ ਹਨ, ਨਵਤਨ ਨਾਮ ਧਿਆਵੇ, ਨਿਤ ਨਵਾਂ ਨਾਮ ਧਿਆਨ ਕਰਦੇ ਹਨ। ਕਹਿੰਦੇ ਹਨ, ਕਰਤੇ ਕਾ ਅੰਤ ਨ ਪਾਵੇ, ਉਸ ਕਰਤੇ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਨਾ ਪਾ ਸਕੇ ਹਨ।
ਦੂਸਰਾ ਪਦਾ ਸਮਝਾਉਂਦੇ ਹਨ, ਕਈ ਕੋਟ ਭਏ ਅਭਿਮਾਨੀ, ਕਰੋੜਾਂ ਲੋਕ ਅਭਿਮਾਨੀ ਹੋ ਗਏ ਹਨ। ਕਹਿੰਦੇ ਹਨ ਕਰੋੜਾਂ ਲੋਕ ਅੰਧ ਅਗਿਆਨੀ ਹਨ, ਅੰਧੇ ਹਨ, ਅਗਿਆਨੀ ਹਨ, ਗਿਆਨ ਨਹੀਂ ਹੈ। ਜਿਸ ਨੂੰ ਗਿਆਨ ਨਹੀਂ ਹੈ ਉਹ ਅੰਧਾ ਹੈ ਨਾ। ਗੁਰੂ ਸਾਹਿਬ ਸਾਨੂੰ ਕਹਿੰਦੇ ਹਨ ਨਾ, ਅੰਧੇ ਇਹ ਨ ਆਖੀਨ ਜਿਨ ਮੁਖ ਲੋਇਣ ਨਾਹੇ, ਅੰਧੇ ਸੇ ਨਾਨਕਾ ਖਸਮੋ ਕੁੱਤੇ ਜਾਏ। ਜੋ ਪਰਮਾਤਮਾ ਨਾਲੋਂ ਟੁੱਟ ਗਏ ਹਨ ਉਹ ਵੀ ਅੰਧੇ ਹਨ, ਅਗਿਆਨੀ ਹਨ। ਅਗਿਆਨੀ ਹੋਣ ਕਰਕੇ ਉਹ ਕਿਰਪਨ ਤੇ ਕਠੋਰ ਹਨ, ਕੰਜੂਸ ਹਨ, ਸ਼ੇਅਰਿੰਗ ਨਹੀਂ ਕਰਦੇ ਤਨ ਮਨ ਧਨ ਦੀ, ਔਰ ਉਹਨਾਂ ਦਾ ਮਨ ਕਠੋਰ ਹੈ। ਕਿਉਂ? ਅਗਿਆਨਤਾ ਦੇ ਅੰਦਰ ਰਵਾਂਗੇ ਤੇ ਸਾਡਾ ਮਨ ਕਠੋਰ ਰਹੇਗਾ। ਔਰ ਉਹਨਾਂ ਦਾ ਮਨ ਭਿੱਜਦਾ ਨਹੀਂ, ਅਭਿਗ ਹਨ, ਆਤਮ ਨਿਕੋਰ ਹਨ, ਰੁੱਖੇ ਹਨ। ਆਤਮਾ ਤੇ ਮਨ ਭਿੱਜਦੇ ਨਹੀਂ। ਕਿਉਂ? ਅਭਿਮਾਨੀ ਹਨ, ਅਗਿਆਨੀ ਹਨ। ਕਈ ਕਰੋੜਾਂ ਲੋਕ ਪਰਾਇਆ ਧਨ ਚੁਰਾਉਂਦੇ ਹਨ। ਜਿਵੇਂ ਅਸੀਂ ਜਾਪਜੀ ਸਾਹਿਬ ਵਿੱਚ ਵੀ ਪੜ੍ਹਦੇ ਹਨ, ਅਸੰਖ ਮੂਰਖ ਅੰਧਖੋਰ, ਅਸੰਖ ਚੋਰ ਹਰਾਮਖੋਰ। ਉਹਦੇ ਵਿੱਚ ਵੀ ਸਾਨੂੰ ਗੁਰੂ ਸਾਹਿਬ ਵੀ ਦੱਸਦੇ ਹਨ ਕਿ ਪਰਾਇਆ ਧਨ ਕਰੋੜਾਂ ਲੋਕ ਚੁਰਾ ਲੈਂਦੇ ਹਨ। ਔਰ ਕਰੋੜਾਂ ਲੋਕ ਜੋ ਹਨ ਉਹ ਦੂਸਰਿਆਂ ਦੀ ਨਿੰਦਾ ਕਰਦੇ ਹਨ। ਅਸੰਖ ਨਿੰਦਕ ਸਿਰ ਕਰੇ ਪਾਰ, ਹੈ ਨਾ। ਆਪਣੇ ਸਿਰ 'ਤੇ ਦੂਸਰਿਆਂ ਦੀ ਨਿੰਦਾ ਕਰਕੇ ਆਪਣੇ ਸਿਰ 'ਤੇ ਭਾਰ ਚੁੱਕ ਲੈਂਦੇ ਹਨ, ਪਰ ਦੁੱਖ ਨਾ ਕਰੇ। ਦੂਸਰਿਆਂ ਦੀ ਨਿੰਦਾ ਕਰਦੇ ਹਨ। ਕਈ ਕਰੋੜਾਂ ਲੋਕ ਮਾਇਆ ਦੇ ਅੰਦਰ ਬੜਾ ਸ਼ਰਮ ਕਰ ਰਹੇ ਹਨ, ਬੜੀ ਮਿਹਨਤ ਕਰ ਰਹੇ ਹਨ, ਮਾਇਆ ਕਮਾਉਣ ਵਾਸਤੇ ਭਟਕ ਰਹੇ ਹਨ, ਪਰਦੇਸ਼ਾਂ ਦੇ ਅੰਦਰ ਜਾ ਰਹੇ ਹਨ। ਲੇਕਿਨ ਗੁਰੂ ਜੀ ਕਹਿੰਦੇ ਹਨ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਜਿੱਥੇ ਜਿੱਥੇ ਪਰਮਾਤਮਾ ਸਾਨੂੰ ਲਗਾਉਂਦਾ ਹੈ ਉੱਥੇ ਉੱਥੇ ਅਸੀਂ ਲੱਗ ਜਾਂਦੇ ਹਾਂ। ਆਪਣੇ ਪਿਛਲੇ ਜਨਮਾਂ ਦੇ ਕਰਮਾਂ ਅਨੁਸਾਰ ਜੋ ਅਸੀਂ ਬੀਜ ਬੋਇਆ ਸੀ ਉਹਦੇ ਫਲ ਖਾਣ ਵਾਸਤੇ ਸਾਨੂੰ ਪਰਮਾਤਮਾ ਜਿੱਥੇ ਜਿੱਥੇ ਖੜਾ ਕਰਦਾ ਹੈ ਉੱਥੇ ਉੱਥੇ ਅਸੀਂ ਪਹੁੰਚ ਜਾਂਦੇ ਹਾਂ। ਇਹ ਜੋ ਪਦਾ ਹੈ ਇਹ ਅਸੰਖਾਂ ਦੀ ਜੋ ਪੌੜੀ ਹੈ, ਅਸੰਖ ਚੋਰ ਹਰਾਮਖੋਰ, ਉਸ ਦੇ ਨਾਲ ਰਿਲੇਟ ਹੁੰਦਾ ਹੈ। ਕਈ ਕੋਟ ਸਿੱਧ ਜਤੀ ਜੋਗੀ, ਕਰੋੜਾਂ ਲੋਕ ਸਿੱਧ ਬਣ ਗਏ ਹਨ, ਸਿੱਧੀਆਂ ਪ੍ਰਾਪਤ ਕਰ ਲਈਆਂ ਹਨ, ਜਤੀ ਬਣ ਗਏ ਹਨ, ਯਾਨੀ ਆਪਣੀ ਕਰਮ ਇੰਦਰੀਆਂ, ਗਿਆਨ ਇੰਦਰੀਆਂ 'ਤੇ ਸੰਯਮ ਕਰ ਲਿਆ ਹੈ। ਜੋ ਜਤੀ ਹੁੰਦਾ ਹੈ ਉਹ ਬ੍ਰਹਮਚਾਰੀ ਹੁੰਦਾ ਹੈ। ਕਈ ਕਰੋੜਾਂ ਲੋਕ ਜੋਗੀ ਬਣ ਗਏ ਹਨ। ਕਈ ਕਰੋੜਾਂ ਰਾਜੇ ਹਨ ਔਰ ਰਸ ਭੋਗਦੇ ਰਹਿੰਦੇ ਹਨ, ਹਰ ਤਰ੍ਹਾਂ ਦਾ ਇੰਦਰੀਆਂ ਦਾ ਰਸ ਭੋਗਦੇ ਹਨ। ਕਈ ਕਰੋੜਾਂ ਪੰਛੀ ਬਣ ਗਏ ਹਨ, ਸੱਪ ਬਣ ਗਏ ਹਨ, ਇਤਨੀਆਂ ਕਿਤਨੀਆਂ ਜੂਨਾਂ ਹਨ। ਕਈ ਕਰੋੜਾਂ ਲੋਕ ਪਾਥਰ ਹਨ, ਪੱਥਰ ਵਰਗੇ ਹਨ, ਬਿਰਖ ਹਨ, ਬ੍ਰਿਕਸ਼ ਵਰਗੇ ਹਨ। ਇਹ ਪਰਮਾਤਮਾ ਨੇ ਬਣਾਏ ਹਨ। ਕਈ ਤਾਂ ਪੱਥਰ ਹਨ ਔਰ ਕਈਆਂ ਦਾ, ਕਰੋੜਾਂ ਲੋਕਾਂ ਦਾ ਜੋ ਮਨ ਔਰ ਮਨ ਕਠੋਰ ਹੈ, ਜਿਵੇਂ ਅਸੀਂ ਉੱਤੇ ਵੀ ਦੇਖ ਕੇ ਆਏ ਸਨ ਪਿਛਲੇ ਪਦੇ ਵਿੱਚ, ਤਾਂ ਉਹ ਪੱਥਰ ਹਨ, ਉਹ ਭਿੱਜਦੇ ਨਹੀਂ। ਪੱਥਰ ਨੂੰ ਪਾਣੀ ਵਿੱਚ ਪਾਓ, ਉਹਨਾਂ ਸਮੇਂ ਉਹ ਭਿੱਜਦਾ ਹੈ, ਪਾਣੀ 'ਚੋਂ ਬਾਹਰ ਕੱਢੋ ਤਾਂ ਫਿਰ ਸੁੱਕ ਜਾਂਦਾ ਹੈ। ਕਈ ਐਸੇ ਕਰੋੜਾਂ ਲੋਕ ਹਨ ਜੋ ਸਤਸੰਗ ਵਿੱਚ ਜਾਂਦੇ ਹਨ, ਉਤਨਾ ਸਮੇਂ ਉਹਨਾਂ ਦਾ ਮਨ ਭਿੱਜਦਾ ਹੈ। ਜੋ ਸਤਸੰਗ 'ਚੋਂ ਬਾਹਰ ਆਉਂਦੇ ਹਨ ਤਾਂ ਜੈਸੇ ਸੀ ਵੈਸੇ ਹੀ ਵਿਵਹਾਰ ਕਰਦੇ ਹਨ, ਜੀਵਨ ਬਦਲਦਾ ਨਹੀਂ। ਗੁਰੂ ਮਹਾਰਾਜ ਕਹਿੰਦੇ ਹਨ, ਕਈ ਕਰੋੜਾਂ ਤਰ੍ਹਾਂ ਦੀ ਪਵਨ ਹੈ, ਪਾਣੀ ਹੈ, ਬੇਸੰਤਰ ਹੈ। ਜਿਵੇਂ ਜਪਜੀ ਸਾਹਿਬ ਦੀ ਬਾਣੀ ਵਿੱਚ ਅਸੀਂ ਪੜ੍ਹਿਆ ਸੀ, ਧਰਤੀ ਹੋਰ ਪਰੇ ਹੋਰ ਹੋਰ, ਤਿਸਤੇ ਪਾਰ ਤਲੇ ਕਵਣ ਜੋਰ। ਫਿਰ ਪਾਤਾਲਾ ਪਾਤਾਲ ਲਖ,
ਆਗਾਸ ਆਇਆ ਗਾਸ, ਓੜਕ ਓੜਕ ਪਾਲ ਥਕੇ। ਤੇ ਕਹਿੰਦੇ ਹਨ ਜਿਤਨੇ ਵੀ ਧਰਤੀਆਂ ਹਨ, ਜਿਤਨੇ ਪਾਤਾਲ ਹਨ, ਜਿਤਨੇ ਆਕਾਸ਼ ਹਨ, ਜਿਤਨੇ ਖੰਡ ਬ੍ਰਹਿਮੰਡ ਹਨ, ਹਰ ਧਰਤੀ ਦੇ ਅੰਦਰ ਪਵਨ ਹੈ, ਪਾਣੀ ਹੈ, ਬੇਸੰਤਰ ਹੈ। ਉਹ ਕਰੋੜਾਂ ਤਰ੍ਹਾਂ ਦੀ ਅਲੱਗ-ਅਲੱਗ ਤਰ੍ਹਾਂ ਦਾ, ਹਰ ਦੇਸ਼ ਦਾ ਪਾਣੀ ਵੱਖਰਾ ਹੈ, ਹਵਾ ਵੱਖਰੀ ਹੈ, ਅਗਨੀ ਵੱਖਰੀ ਹੈ। ਕਹਿੰਦੇ ਹਨ ਕਈ ਕਰੋੜਾਂ ਦੇਸ਼ ਹਨ ਔਰ ਭੂਮੰਡਲ ਹਨ ਇਸ ਸ੍ਰਿਸ਼ਟੀ ਦੇ ਅੰਦਰ। कई करोड़ा जितनियाँ धरतियाँ, उतने सूरज, उतने चंद्रमा, उतने तारे, ससीर, सूर, नक्षत्र ने कितने करोड़ा लोग देव हन, दानव हन, इंद्र सिर छत्र। कई करोड़ा लोग देव हन, कई करोड़ा लोग राक्षस हन, कई करोड़ इंद्र हन जिन्हां दे सिर ते छत्र घुमदा है। जितनी धरतियाँ उतने देव, उतने दानव। जिवें असीं पढ़दे हैं ना, केते देव दानव मुन केते, केते रतन समुंद, केतियां खाणी केतियां बाणी, केते पात नरिंद। जपजी साहब दी बाणी इत्थे बहुत रिलेट हुंदी है। कहंदे हन लेकिन पर सगल समग्री अपने सूत धारी। सारी समग्री नूं तू अपने सूत्र विच पकड़िया होया है और तू सूत्रधार है। जिस जिस पावे तिस तिस निस्तारे। जो तैनूं चंगा लगदा है उन्हां नूं तू इस दुनिया ते समुंदर तो तार लैंदा है। सारे जीआं जंतां दे पदार्थां नूं प्रभु ने अपने हुक्म विच धागे विच परोया होया है ना। डोरी हाथ तुम्हारे प्रभ, डोरी हाथ तुम्हारे, जी जंत तेरे तारे। जो कराए सोई करना, जो करांदा है सो करदे हाँ। ਉਹ करांदा किवें है? जो साडे पिछले जन्मां दे करम हुंदे ने, बीज हुंदे ने, उस हिसाब नाल सानू ਉਹ जो लेखा मिलदा है ਉਹ सानू निभाना पैंदा है। कई कोट राजस तमस सातक, करोड़ां लोग रजोगुणी, तमोगुणी, सतोगुणी। ये 3 गुण माया दे प्रभाव हन। सारी सृष्टि इन 3 गुणां दे अंदर चलदी है। रजोगुणी बहुत सारी अभिलाषा, उम्मीदां, एक्सपेक्टेशंस, इच्छावां, कामनावां, रस भोगन दी इच्छावां। रजोगुणी। तमोगुणी बहुत क्रोध आना, बहुत गुस्सा आना, निंदा चुगली का स्वभाव, ठगी का स्वभाव, जितने भी नेगेटिव पॉइंट्स हैं वो तमोगुणी। सतोगुणी यानी कि बहुत ही अच्छा स्वभाव होना, दया, प्रेम और हंबलनेस, निम्रता उन्हां विच होनी, सतोगुणी। ये 3 गुणां दे अंदर सृष्टि चलती है। पर सानू गुरु साहब समझाते हैं बाणी विच कि गुरसिख ने इन 3 गुणां तो उपर उठ के परमगत, तुरिया अवस्था, निज घर, थिर घर, परमगत आनंद विच पहुँचना है। 3 गुणां तो उपर उठना बहुत ज़रूरी है। उस वास्ते बहुत यतन करना है, बाणी पढ़नी है, नाम जपना है, प्रभु दे गुणां नूं धारण करना है। ते कहंदे हन करोड़ां लोग रजोगुणी हन, तमोगुणी हन, सतोगुणी हन। करोड़ां लोग वेद पढ़ रहे हन, पुराण पढ़ रहे हन, सिमरतियां ते शास्त्रां दे पढ़न वाले हन। 4 वेद हन, पुराण हन, सिमरतियां हन, शास्त्र हन। करोड़ां लोग इन्हां नूं पढ़ रहे हन। कई करोड़ां लोग जो हन, करोड़ां समुंदर दे अंदर रतन हन। यानी समुंदर कितना विशाल है। धरती तो 3 गुना वड्डा समुंदर है। उहदे गहराइयां दे अंदर कितने रतन पदार्थ हन। केते रतन समुन, केतियां खाणी केतियां वाणी, केते पात नरिंद। ते कई कोट कहंदे हन नाना प्रकार जंत, छोटे छोटे प्रकार दे जंत, कीड़े मकोड़े हन, कई तरह दे, है ना। कई करोड़ां लोग लंबा जीवन जींदे हन, लंबी उम्रां वाले हन।
चिर जीवे। कई कोट गिरी मेर सुवर्ण थीवे। कितने करोड़ा जो हन गिरी यानी कि पर्वत, मेर सुमेर पर्वत सब तो वड्डा, सुवर्ण यानी कि सोना, पहाड़ां दे थल्ले जो सोना दबिया होया है। जिन्नियां धरतियां उतने पहाड़, उतने सुमेर पर्वत, उन्ना सोना, है ना। कहते हैं करोड़ा लोग जो हन जख्य बन गए हन। जख्य कहते हैं किन्नर ते पिसाच हन ना। जख्य तो कितने लोग जो हन, जख्य हुंदा है वाहिगुरु जी कहते हैं जख्य, किन्नर, पिसाच, कितने करोड़ा लोग जो हन राक्षस हन ना, एक तरह दे किन्नर देवते हन। और पिसाच, पिसाच हुंदा है नीवा, नीवी जातां वाले, है ना। जो नीवियां जातां दे बंदे हन ना, उन्हां नूं किया जाता है किन्नर। देवतियां दी किस्म हुंदी है जिन्हां दा धड़ जो है मनुख दा हुंदा है ते सिर घोड़े दा हुंदा है, किन्नर, है ना। और पिसाच हुंदे हन नीवियां जात दे। शुकर मतलब सूअर, पिग। ते कहते हैं कितने लोग जख्य, किन्नर, पिसाच, है ना। जख्य जो है ये एक किस्म के देवते हैं जो धन देवते के अधीन हैं। कुबेर, कुबेर देवते के अधीन हैं। उन्होंने जख्य, किन्नर, पिसाच, पिसाच नीवियां जातां वाले। कई करोड़ा भूत हैं, प्रेत हैं, सूकर हैं, मृगाच हैं। भूत प्रेत हैं, सूकर जो सूअर हुंदा है, मृगाच यानी कि मृगाच यानी कि शेर जिन्हों खा जाता है ना, उन्होंने मृगाच कहते हैं। तो कहते हैं वाहिगुरु जी भूत कौन हुंदा है? जिस घर के अंदर नाम बाणी नहीं है, जो नाम बाणी नहीं पढ़ता, वो भी भूतां प्रेतां का घर हुंदा है। और जो हमेशा जो काम वासना के अंदर रहते हैं, वो भी कहते हैं सूअर की जो है जोनी वाकन हुंदा है। तो करोड़ा लोग ऐसा जीवन जींदे हैं और करोड़ा ऐसियां जूना हैं जो भूत बन गई हैं, प्रेत बन गई हैं, सूअर का जीवन। और मृगाच यानी कि जो मृग नूं खा जाता है, यानी कि शेर, मृगां नूं खाण वाले शेर हैं। परमात्मा सब दे नेड़े है और सब तो दूर भी है ना। सब ते नेड़े सब हूँ ते दूर। जो उसनूं याद करता है, सिमरदा है, ਉਹਦੇ नेड़े है। जो अंधा है, अज्ञानी है, अभिमानी है, तमोगुणी है, उस तो दूर है। नानक आप अलिपत रहा भरपूर। वो अलिप्त होके साढ़े अंदर भरपूर है, साढ़े बाहर है, साढ़े अंदर है, पर अलेप है ना। वाहिगुरु जी कहते हैं पंजवें पदे दे अंदर, कई कोट पाताल के वासी, कई कोट नरक सुरग निवासी। करोड़ा लोग पाताल दे वासी हैं। पाताल विच रहना हुंदा। एक तो कहते हैं कि पाताल यानी कि तैंदी कला विच रहना। एक पाताल हुंदा है कि जो धरती दे थल्ले पाताल है, धरती दे ऊपर आकाश है। तो कहते हैं पाताल पाताल लख आकाश आकाश। ऊपर आकाश है, थल्ले पाताल है, फिर थल्ले आकाश है, फिर थल्ले पाताल है। इवें कितनियां सारियां धरती होर परे होर। तो कहते हैं ऐसे करोड़ा जो हन जो पाताल दे अंदर रहंदे हन, वो पाताल के वासी हन। करोड़ा जी पाताल विच वसन वाले हन अते करोड़ा ही नरकां ते स्वर्गां विच रहन वाले हन। पाओ खुशी ते दुखी हन। स्वर्ग हुंदा है जद मेरे हिसाब नाल सब कुछ चलदा है तां चंगा लगदा है, खुश रहंदे हाँ, स्वर्ग है। जद साडे हिसाब नाल कुछ नहीं हुंदा तां असीं दुखी हो जाने हाँ, वो नरक है। तो स्वर्ग और नरक के सुख और दुख दे इत्थे ही है। तो कहते हैं करोड़ा जो लोग हैं वो जिउंदे हैं रोज़, और करोड़ा लोग मर जाते हैं। करोड़ा लोग रोज़ पैदा होंदे हैं, करोड़ा लोग मर जाते हैं।
ਜਿਤਨੀਆਂ ਸ੍ਰਿਸ਼ਟੀਆਂ ਹਨ ਉਹਦੇ ਹਿਸਾਬ ਨਾਲ ਕਰੋੜਾਂ ਲੋਕ ਬਹੁਤ ਸਾਰੀਆਂ ਜੋਨਾਂ ਵਿੱਚ ਭਟਕਦੇ ਰਹਿੰਦੇ ਹਨ। ਕਰੋੜਾਂ ਲੋਕ ਬੈਠ ਕੇ ਖਾਂਦੇ ਹਨ। ਮਾਤਾ ਪਿਤਾ ਦੀ ਪ੍ਰਾਪਰਟੀ ਮਿਲ ਜਾਂਦੀ ਹੈ, ਪੈਸਾ ਧਨ ਮਿਲ ਜਾਂਦਾ ਹੈ, ਬੈਠ ਕੇ ਖਾਂਦੇ ਹਨ। ਤੇ ਕਰੋੜਾਂ ਲੋਕ ਜੋ ਹਨ ਘਾਲੇ ਥੱਕ ਪਾਏ, ਇਤਨੀ ਘਾਲਣਾ ਘਾਲਦੇ ਹਨ ਮਾਇਆ ਕਮਾਉਣ ਵਾਸਤੇ, ਜੀਵਨ ਵਾਸਤੇ ਬੜੀ ਸਟਰਗਲ ਕਰਦੇ ਹਨ, ਬੜਾ ਸੰਘਰਸ਼ ਕਰਦੇ ਹਨ। ਇਹ ਸਾਡਾ ਆਪਣਾ ਆਪਣਾ ਲੇਖਾ ਹੈ। ਕੋਈ ਬੈਠ ਕੇ ਖਾ ਰਿਹਾ ਹੈ, ਰਾਜ ਕਰ ਰਿਹਾ ਹੈ, ਔਰ ਕੋਈ ਘਾਲਣਾ ਘਾਲੀ ਜਾ ਰਿਹਾ ਹੈ, ਬੜੀ ਮਿਹਨਤ ਕਰ ਰਿਹਾ ਹੈ। ਕਈ ਕੋਟ ਕੀਏ ਧਨਵੰਤ, ਉਸ ਹਿਸਾਬ ਨਾਲ ਕਈ ਕਰੋੜਾਂ ਲੋਕ ਧਨਵਾਨ ਹਨ। ਬਹੁਤ ਪੈਸਾ ਹੈ, ਬਹੁਤ ਮਾਇਆ ਹੈ, ਬਹੁਤ ਪ੍ਰਾਪਰਟੀ ਜ਼ਮੀਨ ਜਾਇਦਾਦ ਹੈ। ਕਈ ਕੋਟ ਮਾਇਆ ਮੈਂ ਚਿੰਤ, ਕਿਤਨੇ ਕਰੋੜਾਂ ਲੋਕ ਜੋ ਹਨ ਮਾਇਆ ਕਮਾਉਣ ਦੇ ਵਿੱਚ ਚਿੰਤਾ ਦੇ ਅੰਦਰ ਜੀਵਨ ਜਿੰਦੇ ਹਨ। ਪਰ ਜਹ ਜਹ ਪਾਣਾ ਤਹ ਤਹ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਦੇਖੋ, ਹਰ ਪਦੇ ਦੀ ਅਖੀਰਲੀ ਲਾਈਨ ਵਿੱਚ ਸਾਨੂੰ ਗੁਰੂ ਸਾਹਿਬ ਤੱਤ ਗਿਆਨ ਦਿੰਦੇ ਹਨ ਕਿ ਜਿੱਥੇ ਜਿੱਥੇ ਉਹਨੂੰ ਚੰਗਾ ਲੱਗਦਾ ਹੈ ਉੱਥੇ ਉੱਥੇ ਸਾਨੂੰ ਜਾ ਕੇ ਉਹ ਖੜਾ ਕਰਦਾ ਹੈ। ਕਿਵੇਂ ਖੜਾ ਕਰਦਾ ਹੈ? ਮੇਰੇ ਪਿਛਲੇ ਜਨਮਾਂ ਦੇ ਕਰਮਾਂ ਅਨੁਸਾਰ ਔਰ ਪਿਛਲੇ ਜਨਮਾਂ ਦੇ ਬੋਏ ਹੋਏ ਬੀਜ ਦਾ ਫਲ ਖਾਣ ਵਾਸਤੇ, ਸੁੱਖ ਦੁੱਖ ਵਾਸਤੇ ਸਾਨੂੰ ਉਹ ਆਪਣੇ ਹਿਸਾਬ ਨਾਲ ਜਿਹੇ ਜਿਹੇ ਪਾਣਾ, ਜਿੱਥੇ ਉਹਨੂੰ ਚੰਗਾ ਲੱਗਦਾ ਹੈ ਉੱਥੇ ਸਾਨੂੰ ਰੱਖਦਾ ਹੈ। ਸਭ ਕੁਛ ਪ੍ਰਭ ਕੇ ਹਾਥੇ, ਸਭ ਕੁਛ ਉਹਦੇ ਹੱਥ ਵਿੱਚ ਹੈ। ਅਸੀਂ ਕਿੰਨੀਆਂ ਗੱਲਾਂ ਕਰਦੇ ਹਾਂ, ਇਸ ਤਰ੍ਹਾਂ ਕਿਉਂ ਹੋਇਆ, ਉਸ ਤਰ੍ਹਾਂ ਕਿਉਂ ਹੋਇਆ, ਉਹਨੇ ਇੰਝ ਕਰ ਲੈਣਾ ਚਾਹੀਦਾ ਸੀ, ਉਹਨੂੰ ਇਹ ਕੰਮ ਸ਼ੁਰੂ ਕਰ ਲੈਣਾ ਚਾਹੀਦਾ ਸੀ, ਉਹਨੇ ਇਹ ਕਿਉਂ ਕੀਤਾ, ਉਹਨੇ ਇਹ ਕਿਉਂ ਕੀਤਾ। ਇਹ ਸਾਰੀਆਂ ਸਾਡੀਆਂ ਗੱਲਾਂ ਵਿਅਰਥ ਦੀਆਂ ਗੱਲਾਂ ਹਨ। ਅਸੀਂ ਆਪਣਾ ਸਮਾਂ ਵਿਅਰਥ ਕਰ ਰਹੇ ਹਾਂ। ਸਭ ਕੁਛ ਪ੍ਰਭੂ ਦੇ ਹੱਥ ਵਿੱਚ ਹੈ। ਕਰਨਾ ਕੀ ਹੈ ਇਹ ਸਾਨੂੰ ਗੁਰੂ ਮਹਾਰਾਜ ਸਮਝਾਣਗੇ ਅਖੀਰਲੇ ਪਦੇ ਦੇ ਅੰਦਰ। 6ਵਾਂ ਪਦਾ, ਕਈ ਕੋਟ ਭਏ ਬੈਰਾਗੀ, ਕਰੋੜਾਂ ਲੋਕ ਬੈਰਾਗੀ ਹੋ ਜਾਂਦੇ ਹਨ ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਦੇ ਨਾਲ ਜੁੜ ਜਾਂਦੀ ਹੈ ਨਾ, ਪ੍ਰੇਮਾਂ ਨਾਲ, ਉਹ ਬੈਰਾਗੀ ਹੁੰਦੇ ਹਨ। ਬੈਰਾਗੀ ਅਵਸਥਾ ਬਹੁਤ ਉੱਚੀ ਹੁੰਦੀ ਹੈ। ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਉਹਨਾਂ ਦੀ ਲਿਵ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ, ਬੈਰਾਗੀ ਬਣ ਗਏ ਹਨ। ਕਰੋੜਾਂ ਲੋਕ ਪ੍ਰਭੂ ਨੂੰ ਖੋਜ ਰਹੇ ਹਨ, ਪਰ ਆਪਣੀ ਆਤਮਾ ਦੇ ਅੰਦਰ ਮਿਲਦਾ ਹੈ। ਉਹਦਾ ਐਡਰੈਸ ਕੀ ਹੈ, ਰੱਬ ਕਿੱਥੇ ਰਹਿੰਦਾ ਹੈ, ਉਹਦਾ ਪਤਾ ਕੀ ਹੈ, ਉਹ ਐਡਰੈਸ ਕੀ ਹੈ, ਉਹ ਸਾਡੇ ਅੰਦਰ ਰਹਿੰਦਾ ਹੈ। ਸਾਨੂੰ ਪਤਾ ਲੱਗ ਗਿਆ ਸਾਡੇ ਅੰਦਰ ਹੈ, ਫਿਰ ਵੀ ਅਸੀਂ ਉਹਨੂੰ ਪ੍ਰਾਪਤ ਨਹੀਂ ਕਰ ਪਾ ਰਹੇ, ਫਿਰ ਵੀ ਉਸ ਤੋਂ ਅਸੀਂ ਦੂਰ ਹਾਂ। ਕਿਉਂ? ਮਾਣ ਤੇ ਅਭਿਮਾਨ ਦੇ ਅੰਦਰ ਜੀ ਰਹੇ ਹਾਂ, ਹੰਕਾਰ ਤੇ ਹਉਮੈ ਨਾਲ ਜੀ ਰਹੇ ਹਾਂ। ਤੇ ਕਹਿੰਦੇ ਹਨ ਆਤਮ ਮੈਂ ਪਾਰ ਬ੍ਰਹਮ ਲਹੰਤੇ, ਆਤਮਾ ਵਿੱਚੋਂ ਪਾਰ ਬ੍ਰਹਮ ਲੱਭ ਪੈਂਦਾ ਹੈ। ਕਰੋੜਾਂ ਲੋਕਾਂ ਨੂੰ ਦਰਸ਼ਨਾਂ ਦੀ ਪਿਆਸ ਲੱਗੀ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹੋ ਫਿਰੋ ਖੋਜੰਤੀਆ। ਕਹਿੰਦੇ ਹਨ ਦਰਸ਼ਨ ਕੀ ਮਨ ਆਸ ਕਨੇਰੀ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਕਿਹਨਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਲੱਗੀ ਹੈ, ਉਹਨਾਂ ਨੂੰ ਪ੍ਰਭੂ ਮਿਲ ਪੈਂਦਾ ਹੈ। ਤਿਨ ਕੋ ਮਿਲਿਓ ਪ੍ਰਭ ਅਬਿਨਾਸ਼। ਕਰੋੜਾਂ ਲੋਕ ਸਤਸੰਗ ਮੰਗਦੇ ਹਨ, ਪਿਆਰਾ ਸਤਸੰਗ ਮੰਗਦੇ ਹਨ, ਜਿੱਥੇ ਪ੍ਰਭੂ ਦੇ ਸਿਫਤ ਸਲਾਹਣਾ ਹੁੰਦੀ ਹੈ, ਨਾਮ ਸਿਮਰਨ ਹੁੰਦਾ ਹੈ, ਸੱਚ ਦੀ ਗੱਲ ਹੁੰਦੀ ਹੈ। ਤੇ ਕਹਿੰਦੇ ਹਨ ਕਰੋੜਾਂ ਲੋਕ ਸਤਸੰਗ ਮੰਗਦੇ ਹਨ, ਉਹਨਾਂ ਨੂੰ ਪਾਰ ਬ੍ਰਹਮ ਦੇ ਨਾਲ ਰੰਗ ਲੱਗ ਗਿਆ ਹੈ, ਗੂੜਾ ਰੰਗ ਲੱਗ ਗਿਆ। ਲਾਲ ਰੰਗ ਤਿਸ ਕੋ ਲਗਾ, ਜਿਸ ਕੇ ਵਡ ਭਾਗਾ, ਮੈਲਾ ਕਦੇ ਨ ਹੋਵਈ ਨਹਿ ਲਾਗੇ ਦਾਗਾ। ਕਹਿੰਦੇ ਹਨ ਜਿਨ ਕੋ ਹੋਏ ਆਪ ਸੋ ਪ੍ਰਸੰਨ, ਜਿਸ ਤੇ ਪਰਮਾਤਮਾ ਖੁਸ਼ ਹੁੰਦਾ ਹੈ ਉਹ ਬੜੇ ਵੱਡ ਭਾਗੀ ਹਨ, ਬੜੇ ਵੱਡੇ ਭਾਗਾਂ ਵਾਲੇ ਹਨ। 7ਵਾਂ ਪਦਾ, ਕਰੋੜਾਂ ਖਾਣੀਆਂ
ਔਰ ਖੰਡ ਹਨ। ਖਾਣੀ ਕੀ ਹੁੰਦਾ ਹੈ ਨਾ, ਅਸੀਂ ਪੜ੍ਹਦੇ ਹਾਂ ਚੌਪਈ ਸਾਹਿਬ, ਅੰਡਜ ਜੇਰਜ ਸੇਤਜ ਉਤਬੁਜ, ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਜੋਨੀ ਤੋਂ ਪੈਦਾ ਹੋਣ ਵਾਲੇ ਜੀਵ, ਅੰਡਜ ਜੇਰਜ ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ, ਉਤਬੁਜ ਆਪਣੇ ਆਪ ਪੈਦਾ ਹੋਣ ਵਾਲੇ ਜੀਵ, ਐਸੇ ਅਨੇਕਾਂ ਇਹ ਖਾਣੀਆਂ, 4 ਖਾਣੀਆਂ, ਕਰੋੜਾਂ ਜੀਵ ਇਸ 4 ਖਾਣੀਆਂ ਦੇ ਅੰਦਰ ਹਨ। ਜਿੰਨੀਆਂ ਧਰਤੀ, ਜਿੰਨੇ ਆਕਾਸ਼, ਜਿੰਨੇ ਖੰਡ ਬ੍ਰਹਿਮੰਡ, ਉਸ ਵਿੱਚ 4 ਖਾਣੀਆਂ ਦੇ ਅੰਦਰ ਪੈਦਾ ਹੋਣ ਵਾਲੇ ਕਰੋੜਾਂ ਜੀਵ ਹਨ। ਔਰ ਕਿਤਨੇ ਖੰਡ ਬ੍ਰਹਿਮੰਡ ਹਨ, ਕਿਤਨੇ ਆਕਾਸ਼ ਹਨ, ਕਿਤਨੇ ਅਵਤਾਰ ਹੋਏ ਹਨ, ਜਿਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਕਈ ਕੋਟ ਹੋਏ ਅਵਤਾਰ। ਕਹਿੰਦੇ ਹਨ ਕਈ ਜੁਗਤ ਕੀਨੋ ਵਿਸਥਾਰ, ਕਿੰਨੀ ਵਾਰੀ ਵਿਸਥਾਰ ਬਣਿਆ, ਕਿੰਨੀ ਵਾਰੀ ਸ੍ਰਿਸ਼ਟੀ ਬਣੀ, ਫਿਰ ਖਤਮ ਹੋ ਗਈ। ਕਈ ਵਾਰ ਪਸਰਿਓ ਪਾਸਾਰ, ਕਈ ਵਾਰੀ ਇਹ ਪਸਾਰਾ ਬਣਿਆ, ਫਿਰ ਖਤਮ ਹੋ ਗਿਆ, ਉਹਦੇ ਅੰਦਰ ਸਮਾ ਗਿਆ। ਸਦਾ ਸਦਾ ਇੱਕ ਓਂਕਾਰ, ਲੇਕਿਨ ਪਰਮਾਤਮਾ ਇੱਕ ਓਂਕਾਰ, ਇੱਕ ਓਂਕਾਰ, ਉਹ ਇੱਕ ਪਰਮਾਤਮਾ ਹੈ, ਉਹ ਸਾਡੇ ਅੰਦਰ ਹੈ। ਕਈ ਕੋਟ ਕੀਨੇ ਬਹੁ ਭਾਤ, ਕਰੋੜਾਂ ਲੋਕਾਂ ਨੂੰ ਕਈ ਵਿਧੀਆਂ ਦੇ ਨਾਲ, ਕਈ ਭਾਤ ਨਾਲ ਪਰਮਾਤਮਾ ਨੇ ਬਣਾਇਆ ਹੈ। ਪ੍ਰਭੂ ਤੋਂ ਆਉਂਦੇ ਹਨ, ਪ੍ਰਭੂ ਦੇ ਅੰਦਰ ਸਮਾ ਜਾਂਦੇ ਹਨ। ਤਾਂ ਕਾ ਅੰਤ ਨ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਅਸੀਂ ਅੰਤ ਦੀ ਪੌੜੀ ਵੀ ਪੜ੍ਹਦੇ ਹਾਂ ਨਾ ਜਪਜੀ ਸਾਹਿਬ, ਅੰਤ ਕਾਰਨ ਕੇਤੇ ਬਿਲ ਲਾਏ, ਤਾਂ ਕਿ ਅੰਤ ਨ ਪਾਏ ਜਾਏ। ਹੁਣ ਸਾਨੂੰ 8ਵੇਂ ਪਦੇ ਦੇ ਅੰਦਰ ਤੱਤ ਸਾਰ ਸਮਝਾਉਂਦੇ ਹਨ 7 ਪਦਿਆਂ ਦਾ, ਜੋ ਪਾਰ ਬ੍ਰਹਮ ਦਾ ਦਾਸ ਬਣ ਜਾਂਦਾ ਹੈ। ਯਾਨੀ ਕਿ ਇਤਨੇ ਕਰੋੜਾਂ ਤਰ੍ਹਾਂ ਦੇ ਅਸੀਂ ਸਾਰਾ ਸਮਝਿਆ, ਹੁਣ ਸਮਝਣਾ ਹੈ ਕਿ ਫਿਰ ਅਸੀਂ ਕਰਨਾ ਕੀ ਹੈ, ਸਾਨੂੰ ਗੁਰੂ ਸਾਹਿਬ ਕੀ ਕਹਿ ਰਹੇ ਨੇ। ਤੂੰ ਇਹ ਜੋ 8ਵਾਂ ਪਦਾ ਹੈ ਨਾ, ਇਹ ਸਾਨੂੰ ਸਮਝਾਉਂਦੇ ਹਨ ਕਿ ਤੂੰ ਪਾਰ ਬ੍ਰਹਮ ਦਾ ਦਾਸ ਬਣ ਜਾ, ਸੇਵਕ ਬਣ ਜਾ। ਜੋ ਸੇਵਕ ਬਣ ਜਾਂਦਾ ਹੈ ਉਹਨੂੰ ਕੀ ਕੀ ਮਿਲਦਾ ਹੈ, ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਗਿਆਨ ਦਾ ਪ੍ਰਕਾਸ਼। ਤਿੰਨ ਹੋਵਤ ਆਤਮ ਪ੍ਰਗਾਸ, ਜਿਸ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ। ਚਾਨਣ ਕੀ ਹੁੰਦਾ ਹੈ? ਪ੍ਰਕਾਸ਼, ਲਾਈਟ, ਗਿਆਨ। ਤਾਂ ਚਾਨਣ ਕੀ ਹੈ? ਗਾਈਡੈਂਸ। ਗੁਰਬਾਣੀ ਇਸ ਜਗ ਮੈਂ ਚਾਨਣ, ਸਾਨੂੰ ਗਾਈਡ ਕਰਦੀ ਹੈ, ਸਾਨੂੰ ਰਸਤਾ ਦਿਖਾਉਂਦੀ ਹੈ ਜੀਵਨ ਜਿਉਣ ਦਾ। ਤੇ ਕਹਿੰਦੇ ਹਨ ਉਹਨਾਂ ਨੂੰ ਆਤਮਾ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਜੋ ਪਾਰ ਬ੍ਰਹਮ ਦੇ ਦਾਸ ਸੇਵਕ ਬਣ ਜਾਂਦੇ ਹਨ। ਕਈ ਕਰੋੜਾਂ ਲੋਕ ਤਤ ਕੇ ਬੇਤੇ, ਜੋ ਤਤ ਸਾਰ ਹੈ ਨਾ, ਬਾਣੀ ਦੱਸਦੀ ਹੈ, ਉਸ ਤੇ ਜਾਣਨ ਵਾਲੇ ਹਨ, ਕਿਉਂਕਿ ਉਹ ਪਾਰ ਬ੍ਰਹਮ ਦੇ ਦਾਸ ਬਣ ਗਏ ਹਨ ਨਾ। ਉਹਨਾਂ ਨੂੰ ਕਿਹੜੀ ਦ੍ਰਿਸ਼ਟੀ ਮਿਲਦੀ ਹੈ? ਸਦਾ ਨਿਹਾਰੇ ਏਕੋ ਨੇਤਰੇ, ਸਭ ਨੂੰ ਸਮ ਦ੍ਰਿਸ਼ਟੀ ਨਾਲ ਦੇਖਦੇ ਹਨ, ਪਿਆਰ ਦੇ ਨਾਲ ਦੇਖਦੇ ਹਨ। ਭਾਵੇਂ ਰੰਕ ਹੈ, ਭਾਵੇਂ ਰਾਜਾ ਹੈ, ਭਾਵੇਂ ਛੋਟਾ ਹੈ, ਭਾਵੇਂ ਵੱਡਾ ਹੈ, ਭਾਵੇਂ ਉਹ ਕੋਈ ਵੀ ਹੈ, ਉਹਨਾਂ ਦੀ ਦ੍ਰਿਸ਼ਟੀ ਸਮ ਦ੍ਰਿਸ਼ਟੀ ਹੋ ਜਾਂਦੀ ਹੈ। ਔਰ ਕਈ ਕਰੋੜਾਂ ਲੋਕ ਨਾਮ ਦਾ ਰਸ ਪੀਂਦੇ ਹਨ, ਕਿਉਂਕਿ ਦਾਸ ਬਣ ਗਏ ਹਨ ਨਾ ਪਾਰ ਬ੍ਰਹਮ ਦੇ। ਨਾਮ ਰਸ ਪੀਂਦੇ ਹਨ। ਸਾਨੂੰ ਇਹ ਸਾਰੀ ਗਾਈਡੈਂਸ ਕਰ ਰਹੇ ਹਨ, ਚਾਨਣ ਦੇ ਰਹੇ ਹਨ ਸਾਨੂੰ, ਪ੍ਰਕਾਸ਼ ਦੇ ਰਹੇ ਹਨ ਸਾਨੂੰ, ਸੋਝੀ ਦੇ ਰਹੇ ਹਨ ਸਾਨੂੰ, ਸਾਡੀ ਸੁਰਤੀ ਨੂੰ ਸਮਝਾ ਰਹੇ ਹਨ। ਕਹਿੰਦੇ ਹਨ ਅਮਰ ਭਏ ਸਦ ਸਦ ਹੀ ਜੀ, ਉਹ ਅਮਰ ਹੋ ਜਾਂਦੇ ਹਨ, ਸਦਾ ਹੀ ਜਿਉਂਦੇ ਰਹਿੰਦੇ ਹਨ, ਚੜ੍ਹਦੀ ਕਲਾ ਦੇ ਰਹਿੰਦੇ ਹਨ, ਬਾਰ-ਬਾਰ ਢਹਿੰਦੀ ਕਲਾ ਵਿੱਚ ਨਹੀਂ ਜਾਂਦੇ। ਕਈ ਕੋਟ ਨਾਮ ਗੁਣ ਗਾਵੇ, ਕਰੋੜਾਂ ਲੋਕ ਜੋ ਪਾਰ ਬ੍ਰਹਮ ਦੇ ਦਾਸ ਬਣ ਗਏ ਹਨ ਨਾ, ਉਹ ਨਾਮ
ਤੇ ਗੁਣ ਗਾਉਂਦੇ ਹਨ, ਸਿਫਤ ਸਲਾਹਣਾ ਕਰਦੇ ਹਨ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਉਹਨਾਂ ਨੂੰ ਅਮੁੱਲ ਗੁਣ ਪ੍ਰਾਪਤ ਹੋ ਗਏ ਹਨ। ਆਤਮ ਰਸ ਸੁਖ ਸਹਿਜ ਸਮਾਵੇ, ਆਤਮ ਰਸ ਸੁਖ ਸਹਿਜ ਸਮਾਵੇ। ਉਹਨਾਂ ਦੇ ਆਤਮਾ ਦੇ ਅੰਦਰ ਸੁਖ ਦਾ ਰਸ ਸਹਿਜ ਦੇ ਅੰਦਰ ਹਨ, ਆਤਮਕ ਅਡੋਲਤਾ ਦੇ ਅੰਦਰ ਹਨ, ਸਮਾ ਗਏ ਹਨ। ਉਸ ਰਸ ਦੇ ਅੰਦਰ, ਨਾਮ ਰਸ ਦੇ ਅੰਦਰ, ਪ੍ਰੇਮ ਰਸ ਦੇ ਅੰਦਰ, ਬੈਰਾਗ ਰਸ ਦੇ ਅੰਦਰ, ਨਿਮਰਤਾ ਦੇ ਅੰਦਰ, ਦਇਆ ਦੇ ਅੰਦਰ, ਖਿਮਾ ਧਾਰਨ ਕਰਨ ਦੀ ਅਵਸਥਾ ਦੇ ਅੰਦਰ ਉਹ ਸਮਾ ਗਏ ਹਨ। अपने जन को सास सास समारे, ਉਹ ਆਪਣੇ ਜਨ ਨੂੰ ਫਿਰ ਹਰ ਸਵਾਸ 'ਤੇ ਸੰਭਾਲਦਾ ਹੈ। ਉਹ ਜਦ ਅਸੀਂ ਜਨ ਬਣ ਜਾਂਦੇ ਹਾਂ, ਪਾਰਬ੍ਰਹਮ ਦੇ ਦਾਸ ਬਣ ਜਾਂਦੇ ਹਾਂ, ਅਤੇ ਉਹ ਆਪਣੇ ਜਨ ਨੂੰ ਹਰ ਸਵਾਸ 'ਤੇ ਸੰਭਾਲਦਾ ਹੈ। ਕਹਿੰਦੇ ਹਨ ਨਾਨਕ ਓਏ ਪਰਮੇਸ਼ਵਰ ਕੇ ਪਿਆਰੇ, ਉਹੀ ਜੋ ਹਨ ਉਹ ਪਰਮੇਸ਼ਵਰ ਦੇ ਪਿਆਰੇ ਹਨ ਜਨ। ਤਾਂ ਪਾਰ ਬ੍ਰਹਮ ਕੇ ਦਾਸ ਬਣਨ ਵਾਸਤੇ ਆਪਣੇ ਅੰਦਰ ਕਿਹੜੇ ਗੁਣ ਲੈ ਕੇ ਆਣੇ? ਹਿਊਮਿਲਿਟੀ, ਨમ્રਤਾ, ਕਾਈਂਡਨੈਸ, ਦਇਆ, ਲਵ, ਪਿਆਰ, ਬੈਰਾਗ, ਡਿਟੈਚ ਹੋ ਜਾਣਾ, ਕਮਲ ਦੇ ਫੁੱਲ ਵਾਕਨ ਨਾ, ਫਿਰ ਪੀਸਫੁਲ, ਸੁਖ ਸਹਿਜ ਸਮਾਵੇ। ਇਹ ਸਾਰੇ ਗੁਣਾਂ ਦੀ ਪ੍ਰਾਪਤੀ ਪਾਰ ਬ੍ਰਹਮ ਦਾ ਦਾਸ ਜਦੋਂ ਬਣ ਜਾਂਦੇ ਹਾਂ ਨਾ ਅਸੀਂ, ਤਾਂ ਪ੍ਰਭੂ ਸਾਨੂੰ ਇਹਨਾਂ ਗੁਣਾਂ ਦੀ ਬਖਸ਼ਿਸ਼ਾਂ ਕਰਦਾ ਹੈ, ਨਿਆਮਤਾਂ ਸਾਡੀ ਝੋਲੀ ਵਿੱਚ ਪਾਉਂਦਾ ਹੈ। ਇਸ ਅਸ਼ਟਪਦੀ ਤੋਂ, 10ਵੀਂ ਅਸ਼ਟਪਦੀ ਤੋਂ ਸਾਨੂੰ ਇਹ ਸੂਚੀ ਮਿਲਦੀ ਹੈ ਵਾਹਿਗੁਰੂ ਜੀ ਕਿ ਇਸ ਸ੍ਰਿਸ਼ਟੀ ਦੇ ਅੰਦਰ ਕਰੋੜਾਂ ਤਰ੍ਹਾਂ ਦੇ ਜੀਵ ਹਨ, ਕਰੋੜਾਂ ਤਰ੍ਹਾਂ ਦੀਆਂ ਜੂਨਾਂ ਹਨ, ਕਰੋੜਾਂ ਖਾਣੀਆਂ, ਕਰੋੜਾਂ ਲੋਕ ਉਸ 4 ਖਾਣੀਆਂ ਦੇ ਅੰਦਰ ਜੀਵਨ ਜੀ ਰਹੇ ਹਨ, ਕਰੋੜਾਂ ਲੋਕ ਮਾਇਆ ਦੇ 3 ਗੁਣਾਂ ਦੇ ਪ੍ਰਭਾਵ ਵਿੱਚ ਜੀਵਨ ਜੀ ਰਹੇ ਹਨ, ਔਰ ਕਰੋੜਾਂ ਹੀ ਜੋ ਹਨ ਸੁਮੇਰ ਪਰਬਤ, ਧਰਤੀਆਂ, ਆਕਾਸ਼, ਪਤਾਲ ਸਭ ਕਰੋੜਾਂ ਹਨ, ਪਰ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ, ਹੁਕਮ ਦੇ ਅੰਦਰ ਹੈ। ਉਹ ਸੂਤਰਧਾਰ ਹੈ, ਜਿੱਥੇ ਜਿੱਥੇ ਸਾਨੂੰ ਲੈ ਜਾਂਦਾ ਹੈ ਅਸੀਂ ਉਹੀ ਕੰਮ ਕਰਦੇ ਹਾਂ। ਪਰ ਸਾਡੇ ਅੰਦਰ ਤਾਂ ਵੀ ਇਫ, ਬਟ, ਵਾਈ, ਹਾਉ, ਹੈਪਨ ਚੱਲਦਾ ਰਹਿੰਦਾ ਹੈ। ਉਸ 'ਚੋਂ ਬਾਹਰ ਨਿਕਲਣਾ ਹੈ। ਜੋ ਮਨ ਸਾਰਾ ਦਿਨ ਬੋਲਦਾ ਰਹਿੰਦਾ ਹੈ ਨਾ, ਇੱਦਾਂ ਕਿਉਂ ਹੋਇਆ, ਇਫ, ਬਟ, ਵਾਈ, ਹਾਉ, ਇਹ ਸਭ ਮਨ ਜਿਉਂ-ਜਿਉਂ ਪਾਰ ਬ੍ਰਹਮ ਦਾ ਦਾਸ ਬਣਦਾ ਹੈ, ਉਹਦੇ ਅੰਦਰ ਦੀ ਜੋ ਸਾਰੀਆਂ ਇਹ ਜੋ ਗੱਲਾਂ ਚੱਲਦੀਆਂ ਹਨ ਵਿਅਰਥ ਦੀਆਂ, ਹੈ ਨਾ, ਉਹ ਸਭ ਹੌਲੀ ਹੌਲੀ ਡਿਲੀਟ ਹੋ ਜਾਂਦੀਆਂ ਹਨ। ਡਿਲੀਟ ਹੋਣ ਦੇ ਨਾਲ ਉਹਦੇ ਅੰਦਰ ਪ੍ਰੇਮਾ ਭਾਵ, ਦਇਆ ਦਾ ਭਾਵ, ਨਿਮਰਤਾ ਦਾ ਭਾਵ, ਕਾਈਂਡਨੈਸ, ਸ਼ਾਂਤੀ, ਸੁਖ, ਸਹਿਜ ਆ ਜਾਂਦਾ ਹੈ, ਜਿਨ੍ਹਾਂ ਨੂੰ ਅਸੀਂ ਧਾਰਨ ਕਰਨਾ ਹੈ। ਉਸ ਪਰਮੇਸ਼ਵਰ ਦੇ ਨਿਕਟ ਹੋ ਜਾਣਾ ਹੈ ਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦਰਸ਼ਨ ਕੀ ਮਨ ਆਸ ਕਨੇਰੀ, ਕੋ ਐਸਾ ਸੰਤ ਮੋਹ ਫਿਰੇ ਮਿਲਾਵੇ। ਦਰਸ਼ਨ ਕੀ ਮਨ ਆਸ ਕਨੇਰੀ। ਵਾਹਿਗੁਰੂ, ਇਸ ਨੂੰ ਆਪ ਬਾਰ-ਬਾਰ ਸੁਣਨਾ, ਮਨ ਨੂੰ ਪੁੱਛਣਾ, ਮਨ ਤੋਂ ਸੁਣਿਆ ਸੀ, ਕਿੰਨੀ ਵਾਰੀ ਸੁਣਿਆ ਸੀ। ਮਨ ਸੁਣਨ ਨਹੀਂ ਦਿੰਦਾ, ਸੁਣਦੇ ਨਹੀਂ ਤਾਂ ਮੰਨਦੇ ਨਹੀਂ, ਮੰਨਦੇ ਨਹੀਂ ਜੀਵਨ ਬਦਲਦਾ ਨਹੀਂ। ਜਿੰਨੀ ਬਾਣੀ ਮਨ ਸੁਣ ਲੈਂਦਾ ਹੈ ਬਦਲ ਜਾਂਦਾ ਹੈ। ਮਨ ਨੂੰ ਸਮਝਾਉਣਾ, ਸੁਣਿਆ ਸੀ, ਕਿੰਨੀ ਵਾਰ ਸੁਣਿਆ, ਮੰਨਿਆ ਸੀ, ਕੀ ਸਮਝ ਆਈ ਸੀ, ਚੱਲ ਆ ਦੁਬਾਰਾ ਸੁਣ ਲਈਏ, ਆ ਜਾ ਦੁਬਾਰਾ ਸੁਣ ਲਈਏ। ਬਾਰ-ਬਾਰ ਸੁਣਨਾ, ਹੋਰ ਲੋਕਾਂ ਨੂੰ ਵੀ ਅੱਗੋਂ ਭੇਜਣਾ ਕਿ ਸੁਨਤ ਕਹਿਤ ਰਹਿਤ ਕਤ ਪਾਵੋ। ਸੁਣਿਆ ਸੀ, ਹੁਣ ਤੁਸੀਂ ਕਿਹਾ, ਤੁਸੀਂ ਰਹਿਤ ਬਣਾਈ, ਹੋਰ ਲੋਕਾਂ ਨੂੰ
ਵੀ ਵੰਡਣਾ। ਵਾਹਿਗੁਰੂ ਵਾਹਿਗੁਰੂ